राणा ग्रह
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਪਿਹੀ ਸਚ ਨਾਨਕ ਹੋਸੀ ਪਿਹੀ ਸਚ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ ਭੂਲੇ ਮਾਰਗ ਜਿਨਹਿ ਬਤਾਇਆ। ਐਸਾ ਗੁਰ ਵਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੈ। ਬਸ ਰਹਿ ਹਿਰਦੇ ਗੁਰ ਚਰਨ ਪਿਆਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਜੋ ਅੱਜ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੈਠੀਆਂ ਨੇ। ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਭਾਵਨਾ ਸ਼ਰਧਾ ਦੇ ਨਾਲ ਤੁਸੀਂ ਮਨਾ ਰਹੇ ਹੋ। ਸਿੱਖ ਗੁਰਦੁਆਰਾ ਸਨਹੋਜੇ ਵਿੱਚ ਵੀ ਜੋ ਆਪ ਸੰਗਤ ਦੇ ਸਹਿਯੋਗ ਪ੍ਰਬੰਧਕ ਵੀਰਾਂ ਦੇ ਉਦਮ ਸਦਕਾ ਅੱਜ ਅੰਮ੍ਰਿਤ ਵੇਲੇ ਤੋਂ ਬਹੁਤ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ। ਤੁਸੀਂ ਵੀ ਬਹੁਤ ਸਹਿਯੋਗ ਦੇ ਰਹੇ ਹੋ। ਆਓ ਮਹਾਰਾਜ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਕੁਝ ਸਮਾਂ ਰਲ ਮਿਲ ਕੇ ਕਰ ਲਈਏ। ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਕਿਸਤਾਨ ਸਾਹਿਬ ਦੀ ਧਰਤੀ
ਜਿਹਨੂੰ ਪਹਿਲਾਂ ਰਾਏ ਭੋਏ ਦੀ ਤਲਵੰਡੀ ਦੇ ਨਾਲ ਉਸ ਇਲਾਕੇ ਵਿੱਚ ਜਾਣਿਆ ਜਾਂਦਾ ਸੀ। ਇਸ ਨਗਰੀ ਦੇ ਵਿੱਚ ਬੇਦੀ ਪਰਿਵਾਰ ਰਹਿ ਰਹੇ ਨੇ। ਇੱਕ ਸੱਜਣ ਦਾ ਨਾਮ ਸੀ ਰਾਮ ਨਰਾਇਣ ਬੇਦੀ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੜਦਾਦਾ ਜੀ ਸਨ। ਉਹਨਾਂ ਦੇ ਘਰ ਦੇ ਵਿੱਚ ਸਪੁੱਤਰ ਪੈਦਾ ਹੋਇਆ ਜਿਹਦਾ ਨਾਮ ਸੀ ਸ਼ਿਵਰਾਮ ਬੇਦੀ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਾਦਾ ਦਾ ਨਾਮ ਸੀ। ਉਹਨਾਂ ਤੋਂ ਬਾਅਦ ਸ਼ਿਵਰਾਮ ਬੇਦੀ ਦੇ ਘਰ ਦੇ ਵਿੱਚ ਸਤਿਕਾਰਯੋਗ ਮਹਿਤਾ ਕਾਲੂ ਰਾਮ ਜੀ ਤੇ ਭਾਈ ਲਾਲੂ ਜੀ, ਦੋ ਪੁੱਤਰਾਂ ਨੇ ਜਨਮ ਲਿਆ। ਇਹ ਬੇਦੀ ਕੁਲ ਦੀ ਅੰਸ਼ ਲੰਬੇਰੇ ਸਮੇਂ ਤੋਂ ਰਾਏ ਭੋਏ ਦੀ ਤਲਵੰਡੀ ਤੇ ਰਹਿ ਰਹੀ। ਗੁਰਮਖੋ ਕਿੰਨੇ ਕੁ ਇਸ ਧਰਤੀ ਦੇ ਚੰਗੇ ਭਾਗ ਹੋਣਗੇ ਜਿਸੇ ਅੱਜ ਦੀਨ ਦੁਨੀਆ ਦੇ ਮਾਲਕ, ਕਰੋੜਾਂ ਬ੍ਰਹਿਮੰਡਾਂ ਨੂੰ ਚਾਨਣ ਵੰਡਣ ਵਾਲੇ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਣ ਵਾਲਾ ਸੀ। ਮਾਤ ਤ੍ਰਿਪਤਾ ਜੀ ਜੋ ਮਹਿਤਾ ਕਾਲੂ ਰਾਮ ਜੀ ਦੇ ਸੁਪਤਨੀ ਨੇ, ਜਦੋਂ ਇਸ ਰਾਏ ਭੋਏ ਦੀ ਤਲਵੰਡੀ ਵਿੱਚ ਰਹਿ ਰਹੇ ਨੇ ਤੇ ਇਸ ਨਗਰੀ ਦਾ ਮਾਲਕ ਸੀ ਜਿਹਨੂੰ ਅਸੀਂ ਉਸ ਵੇਲੇ ਦੇ ਨਾਮ ਨਾਲ ਜਾਣਦੇ ਹਾਂ ਰਾਏ ਬੁਲਾਰ। ਤੇ ਮੈਨੂੰ ਬਹੁਤ ਖੁਸ਼ੀ ਹੋਈ ਇਸ ਪਾਵਨ ਅਸਥਾਨ ਤੇ ਘੱਟੋ ਘੱਟ 4-5 ਮਹੀਨੇ ਪਹਿਲਾਂ ਰਾਏ ਬੁਲਾਰ ਦੀ 19ਵੀਂ ਪੀੜ੍ਹੀ ਦੇ ਸੱਜਣ ਇੱਥੇ ਆਏ ਸੀ। ਹੋ ਸਕਦਾ ਆਪ ਸੱਜਣਾ ਨੇ ਉਹਨਾਂ ਦਾ ਕੁਝ ਲੈਕਚਰ ਕਰਦੇ ਵਿੱਚ ਸੁਣਿਆ ਹੋਵੇ ਤੇ ਆਪ ਸੰਗਤ ਨੇ ਉਸ 19ਵੀਂ ਪੀੜ੍ਹੀ ਦੇ ਵਿੱਚ ਆਏ ਹੋਏ ਨੌਜਵਾਨ ਸੱਜਣ ਨੂੰ ਬਹੁਤ ਮਾਣ ਸਨਮਾਨ ਦਿੱਤਾ। ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਰਾਏ ਬੁਲਾਰ ਜਿਹੜਾ ਹੈ ਨਾ, ਉਹ ਪਹਿਲਾ ਐਸਾ ਸਿੱਖ ਹੋਇਆ ਹੈ ਜਿਹੜਾ ਵਡੇਰਾ ਉਮਰ ਦਾ, ਚਿੱਟਾ ਦਾੜਾ ਤੇ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਡਿੱਗ ਪਿਆ। ਇੰਨੀ ਸ਼ਰਧਾ ਭਾਵਨਾ ਰੱਖਣ ਵਾਲਾ ਉਹ ਸੱਜਣ ਇਸ ਨਗਰੀ ਦੇ ਵਿੱਚ ਅੱਜ ਉਹ ਸਮਾਂ ਆਇਆ। ਗੁਰਮਖੋ ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਉਸ ਸਮੇਂ ਦੇ ਹਾਲਾਤ ਦਾ। ਕਹਿਣ ਲੱਗੇ ਅੱਸੂ ਦਾ ਮਹੀਨਾ ਆਰੰਭ ਹੋਇਆ। ਇਸ ਰਾਏ ਭੋਏ ਦੀ ਤਲਵੰਡੀ ਤੇ ਪਤਾ ਨਹੀਂ ਕਿਹੋ ਜੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ। ਇੱਥੋਂ ਦੇ ਸਾਰੇ ਇਲਾਕੇ ਦੇ ਆਸ-ਪਾਸ ਇਹੋ ਜਿਹਾ ਸੋਹਣਾ ਮੌਸਮ ਬਣ ਗਿਆ। ਇਸ ਨਗਰੀ ਦੇ ਆਸੇ-ਪਾਸੇ ਜਿੰਨੇ ਵੀ ਖੇਤ ਸਨ ਹਰੇ ਭਰੇ ਹੋ ਗਏ ਨੇ, ਸੋਹਣੇ ਫੁੱਲ ਖਿੜ ਗਏ ਨੇ। ਇਸੇ ਅੱਸੂ ਦੇ ਮਹੀਨੇ ਵਿੱਚ ਇੰਨੀ ਬਾਰਿਸ਼ ਪਈ, ਕਵੀ ਸੰਤੋਖ ਸਿੰਘ ਲਿਖਦਾ ਹੈ, ਮਾਨੋ ਪਰਮਾਤਮਾ ਨੇ ਇਸ ਨਗਰੀ ਨੂੰ ਧੋ ਕੇ ਰੱਖ ਦਿੱਤਾ ਹੈ। ਇਹ ਸਭ ਕੁਝ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਭਾਣਾ ਵਾਪਰਿਆ। ਜਿਸ ਵੇਲੇ ਕੱਤਕ ਦਾ ਮਹੀਨਾ ਆਰੰਭ ਹੋਇਆ ਤੇ ਜਿੰਨੀਆਂ ਵੀ ਪੁਰਾਣੀਆਂ ਲਿਖਤਾਂ ਤੁਸੀਂ ਪੜ੍ਹੋਗੇ ਨਾ, ਉਹਨਾਂ ਦੇ ਵਿੱਚ ਜ਼ਿਕਰ ਆਇਆ ਵੀ ਕੱਤਕ ਦੀ ਪੂਰਨਮਾਸ਼ੀ ਨੂੰ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਧਰਤੀ ਨੂੰ ਭਾਗ ਲਾਏ ਨੇ। ਕੱਤਕ ਦਾ ਮਹੀਨਾ ਹੋਇਆ ਹੈ ਤੇ ਸਾਰੀ ਨਗਰੀ ਜਿਹੜੀ ਹੈ ਬਿਲਕੁਲ ਸ਼ਾਂਤ ਹੋਈ ਪਈ। ਕਿਉਂ ਸ਼ਾਂਤ ਹੋਈ ਹੈ? ਇੰਜ ਲੱਗਦਾ ਵੀ ਇਸ ਨਗਰੀ ਤੇ ਪਰਮਾਤਮਾ ਨੇ ਏਡੀ ਵੱਡੀ ਬਖਸ਼ਿਸ਼ ਕਰ ਦਿੱਤੀ। ਇਹਨਾਂ ਦਿਨਾਂ ਦੇ ਵਿੱਚ ਜਿੰਨੇ ਵੀ ਮਨੁੱਖ ਸਨ, ਐਟੋਮੈਟਿਕਲੀ ਉਹਨਾਂ ਦੇ ਅੰਦਰ ਨੂੰ ਸਕੂਨ ਮਿਲਣਾ ਸ਼ੁਰੂ ਹੋ ਗਿਆ, ਉਹਨਾਂ ਦੇ ਅੰਦਰ ਨੂੰ ਆਨੰਦ ਮਿਲਣਾ ਸ਼ੁਰੂ ਹੋ ਗਿਆ, ਉਹਨਾਂ ਦੇ ਅੰਦਰ ਨੂੰ ਖੇੜਾ ਮਿਲਣਾ ਸ਼ੁਰੂ ਹੋ ਗਿਆ ਹੈ। ਰਾਏ ਬੁਲਾਰ ਨੇ ਇੱਕ ਦਿਨ ਕਹਿ ਦਿੱਤਾ ਸੀ, ਪਟਵਾਰੀ ਸਾਹਿਬ ਤੇਰੇ ਘਰ ਦੇ ਵਿੱਚ ਪਤਾ ਨਹੀਂ ਕਿਹੋ ਜੀ ਆਮਦ ਨੇ ਆਉਣਾ ਹੈ, ਕਿਹੋ ਜੀ ਔਲਾਦ, ਕਿਉਂਕਿ ਪਤਾ ਥੋੜਾ ਸੀ, ਪਤਾ ਨਹੀਂ ਕਿਹੋ ਜਿਹੇ ਭਾਗ ਲੱਗਣੇ ਨੇ ਇਸ ਮੇਰੀ ਨਗਰੀ ਨੂੰ। ਕੁਝ ਦਿਨ ਹੋ ਗਏ ਨੇ, ਮੇਰੇ ਅੰਦਰ ਨੂੰ ਟਿਕਾ ਬਹੁਤ ਮਿਲਿਆ, ਮੇਰੇ ਅੰਦਰ ਨੂੰ ਸਕੂਨ ਬਹੁਤ ਮਿਲਿਆ। ਤੇ ਆਪ ਸੰਗਤਾਂ ਨੂੰ ਗਿਆਤ ਹੋਵੇ, ਰਾਏ ਬੁਲਾਰ ਮਹਿਤਾ ਕਾਲੂ ਰਾਮ ਜੀ ਨੂੰ ਇੰਜ ਪਿਆਰ ਕਰਦਾ ਸੀ ਜਿਵੇਂ ਇੱਕ ਮਾਂ ਦੀ ਕੁੱਖ ਦੇ ਵਿੱਚੋਂ ਦੋਨਾਂ ਨੇ ਜਨਮ ਲਿਆ ਹੋਵੇ। ਇਹਨਾਂ ਪਿਆਰ ਸੀ ਉਹਨਾਂ ਦਾ ਮਹਿਤਾ ਕਾਲੂ ਰਾਮ ਜੀ ਨਾਲ। ਗੁਰਮਖੋ ਅੱਜ ਉਹ ਦਿਨ ਨੇੜੇ ਆਏ ਨੇ। ਮਹਿਤਾ ਕਾਲੂ ਰਾਮ ਜੀ ਦੇ ਘਰ ਦੇ ਵਿੱਚ ਇੱਕ ਦਾਈ ਆ ਰਹੀ ਹੈ ਜਿਹੜੀ ਰੋਜ਼ ਸਤਿਕਾਰਯੋਗ ਮਾਤ ਤ੍ਰਿਪਤਾ ਜੀ ਦੀ ਸੇਵਾ ਵਿੱਚ ਲੱਗੀ। ਸਮਾਂ ਨੇੜੇ ਆਇਆ ਹੈ ਤੇ ਅੱਜ ਉਸ ਦੌਲਤਾਂ ਦਾਈ ਨੇ ਨਾ ਮਹਿਤਾ ਕਾਲੂ ਰਾਮ ਜੀ ਦੇ ਘਰ ਦੇ ਵਿੱਚ ਆਣ ਕੇ ਕੁਝ ਬਚਨ ਕਹਿ। ਉਸ ਦਿਨ ਸਤਿਕਾਰਯੋਗ ਪਟਵਾਰੀ ਸਾਹਿਬ ਨੇ ਇਹ ਵੀ ਕਹਿ ਦਿੱਤਾ ਸੀ, ਦੌਲਤਾਂ ਤੂੰ ਕਈ ਦਿਨ ਤੋਂ ਸਾਡੇ ਘਰ ਦੇ ਵਿੱਚ ਆ ਰਹੀ ਹੈ,
ਸਾਡੇ ਸਤਿਕਾਰਯੋਗ ਸੁਪਤਨੀ ਦੀ ਮਾਤ ਤ੍ਰਿਪਤਾ ਜੀ ਦੀ ਸੇਵਾ ਵਿੱਚ ਲੱਗੀ ਹੈ। ਅੱਜ ਤੂੰ ਆਪਣੇ ਘਰ ਵਿੱਚ ਨਹੀਂ ਜਾਣਾ, ਅੱਜ ਮੇਰੇ ਘਰ ਦੇ ਵਿੱਚ ਤੂੰ ਰੁਕਣਾ ਹੈ। ਅੱਜ ਉਸ ਪਰਮਾਤਮਾ ਨੇ ਮੈਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਨੇ, ਅੱਜ ਤੂੰ ਸਾਡੇ ਘਰ ਦੇ ਵਿੱਚ ਰੁਕ। ਦੌਲਤਾ ਦਾਈ ਜੋ ਇਸ ਨਗਰੀ ਦੀ ਰਹਿਣ ਵਾਲੀ ਮੁਸਲਮਾਨ ਇਸਤਰੀ ਤੇ ਜਿਹਦਾ ਵਿਚਾਰੀ ਦਾ ਕੰਮ ਸੀ ਲੋਕਾਂ ਦੇ ਘਰਾਂ ਦੇ ਵਿੱਚ ਜਣੇਪਾ ਕੱਟਣਾ, ਪੰਜਾਬੀ ਬੋਲੀ ਹੈ ਤੁਸੀਂ ਸਮਝਦੇ ਹੋ। ਜਿਸ ਵੇਲੇ ਸ਼ਾਮ ਦਾ ਸਮਾਂ ਹੋਇਆ, ਉਸ ਦੌਲਤਾਂ ਦਾਈ ਨੇ ਇੰਨਾ ਹੀ ਕਹਿ ਦਿੱਤਾ ਸੀ, ਪਟਵਾਰੀ ਸਾਹਿਬ ਅੱਜ ਮੈਂ ਤੇਰੇ ਘਰ ਦੇ ਵਿੱਚੋਂ ਨਹੀਂ ਜਾਵਾਂਗੀ, ਇੱਥੇ ਰੁਕਾਂਗੀ। ਪਰ ਸ਼ਾਮ ਦੇ ਸਮੇਂ ਉਸ ਦਾਈ ਨੇ ਬਚਨ ਬੜੇ ਕਮਾਲ ਦੇ ਕਹਿ ਸਨ। ਕਹਿਣ ਲੱਗੇ, ਪਟਵਾਰੀ ਜੀ ਤੁਹਾਡੇ ਘਰ ਦੇ ਵਿੱਚ ਖੁਦਾ ਨੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੱਤੀ, ਕਿਉਂਕਿ ਤੁਸੀਂ ਜ਼ਮੀਨਾਂ ਦੇ ਮਾਲਕ ਹੋ, ਧਨ ਦੌਲਤ ਦੇ ਮਾਲਕ। ਕਹਿਣ ਲੱਗੇ, ਅੱਜ ਮੈਂ ਤੁਹਾਡੇ ਸਨਮੁਖ ਖਲੋ ਕੇ ਦੋ ਕੁ ਬੇਨਤੀਆਂ ਕਰਨੀਆਂ ਨੇ। ਇੱਕ ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਬੜੇ ਕਮਾਲ ਦਾ ਲਿਖਿਆ ਜੀ। ਉਸ ਵੇਲੇ ਪਟਵਾਰੀ ਸਾਹਿਬ ਕਹਿਣ ਲੱਗੇ, ਦੌਲਤਾਂ ਜੇ ਮੈਨੂੰ ਅੱਲਾ ਖੁਦਾ ਪਰਮਾਤਮਾ ਨੇ ਖੁਸ਼ੀਆਂ ਬਖਸ਼ੀਆਂ, ਜੋ ਕਹੇਂਗੀ ਤੇਰੀ ਝੋਲੀ ਵਿੱਚ ਮੈਂ ਪਾਵਾਂਗਾ, ਬੋਲ ਕੀ ਤੇਰੀ ਬੇਨਤੀ ਹੈ। ਦੌਲਤਾਂ ਦਾਈ ਨੇ ਇਹਨੇ ਹੀ ਕਿਹਾ ਸੀ। ਕਹਿਣ ਲੱਗੇ, ਪਟਵਾਰੀ ਜੀ ਠੰਡ ਦਾ ਮੌਸਮ ਸ਼ੁਰੂ ਹੋ ਗਿਆ, ਮੇਰੀ ਗਰੀਬਣੀ ਦੇ ਘਰ ਦੇ ਵਿੱਚ ਦਾਣੇ ਵੀ ਮੁੱਕ ਗਏ। ਤੇ ਤੁਸੀਂ ਪਿੰਡਾਂ ਦੇ ਰਹਿਣ ਵਾਲੇ ਹੋ, ਜਦੋਂ ਇਹ ਮਹੀਨੇ ਆਉਂਦੇ ਨੇ ਨਾ ਤੇ ਕਈ ਵਾਰੀ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਵੀ ਦਾਣੇ ਘਟ ਜਾਂਦੇ, ਕਿਉਂਕਿ ਸਾਰਾ ਸਾਲ ਆਪਾਂ ਵਰਤਦੇ ਹਾਂ। ਕਹਿਣ ਲੱਗੇ, ਪਟਵਾਰੀ ਜੀ ਮੈਂ ਗਰੀਬਣੀ ਆ, ਮੇਰੇ ਬੱਚੇ ਘਰ ਦੇ ਵਿੱਚ ਨੇ। ਕਹਿਣ ਲੱਗੀ, ਆ ਕੱਤਕ ਦਾ ਮਹੀਨਾ ਆਰੰਭ ਹੋ ਗਿਆ ਹੈ, ਦਾਣੇ ਵੀ ਖਤਮ ਹੋਣ ਨੂੰ ਆ ਗਏ ਨੇ। ਜੇ ਅੱਲਾ ਖੁਦਾ ਨੇ ਤੁਹਾਡੇ ਘਰ ਦੇ ਵਿੱਚ ਪੁੱਤਰ ਦੀ ਦਾਤ ਬਖਸ਼ੀ, ਮੇਰੀ ਗਰੀਬਣੀ ਦੀ ਝੋਲੀ ਵਿੱਚ ਕੋਈ 4 ਮਣ ਦਾਣੇ ਪਾ ਦਿਆ ਜੇ, ਮੇਰੇ ਬੱਚੇ ਜਿਹੜੇ ਨੇ ਸਾਲ ਖਾਂਦੇ ਰਹਿਣ। ਪਹਿਲਾ ਬਚਨ ਉਹਨੇ ਇਹ ਕਿਹਾ ਸੀ। ਦੂਸਰੀ ਉਹਨੇ ਬੇਨਤੀ ਕੀਤੀ, ਪਟਵਾਰੀ ਜੀ ਜੇ ਅੱਲਾ ਖੁਦਾ ਨੇ ਤੁਹਾਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ, ਕਿਤੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ, ਮੇਰੀ ਗਰੀਬਣੀ ਦੇ ਕੋਲ ਰਜ਼ਾਈ ਨਹੀਂ, ਮੈਨੂੰ ਗਰਮ ਬਿਸਤਰਾ ਦੇ ਦਿਆ ਜੇ, ਮੈਂ ਵੀ ਬੁੱਢੜੀ 4 ਦਿਨ ਠੰਡ ਦੇ ਸੌਖੇ ਕੱਢ ਲਾਂਗਾ। ਪਟਵਾਰੀ ਜੀ ਜੇ ਤੁਹਾਡੇ ਘਰ ਦੇ ਵਿੱਚ ਅੱਲਾ ਖੁਦਾ ਨੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਤੇ 4 ਟਕੇ ਦੇ ਦਿਆ ਜੇ, ਮੈਂ ਆਪਣੇ ਪੋਤਰਿਆਂ ਨੂੰ, ਆਪਣੇ ਪੁੱਤਰਾਂ ਨੂੰ ਸੋਹਣੇ ਕੱਪੜੇ ਤਨ ਤੇ ਪਹਿਨਾ ਦੇਵਾਂ। ਜਦੋਂ ਇਹਨਾਂ ਕੋ ਭੇਜ ਕੇ ਉਸ ਦੌਲਤਾਂ ਦਾਈ ਨੇ ਬੇਨਤੀ ਕੀਤੀ ਨਾ, ਤੇ ਕਵੀ ਸੰਤੋਖ ਸਿੰਘ ਕਹਿੰਦਾ, ਦੌਲਤਾਂ ਤੈਨੂੰ ਪਤਾ ਨਹੀਂ ਅੱਜ ਤੇਰਾ ਅਖੀਰਲਾ ਦਿਨ ਹੈ ਦੁਨੀਆ ਦੇ ਵਿੱਚ ਕਿਸੇ ਸੱਜਣ ਕੋਲੋਂ ਮੰਗਣ ਦਾ। ਅੱਜ ਜਿਸ ਪੁੱਤਰ ਨੇ ਮਹਿਤਾ ਕਾਲੂ ਰਾਮ ਜੀ ਦੇ ਘਰ ਦੇ ਵਿੱਚ ਆਉਣਾ ਹੈ, ਸੱਚ ਜਾਣੀ ਤੂੰ ਕਿੰਨਿਆਂ ਵੱਡਿਆਂ ਭਾਗਾਂ ਵਾਲੀ ਏ। ਮਾਤ ਤ੍ਰਿਪਤਾ ਨੇ ਆਪਣੇ ਪੁੱਤਰ ਦਾ ਮੁਖ ਬਾਅਦ ਵਿੱਚ ਵੇਖਣਾ ਹੈ, ਸਭ ਤੋਂ ਪਹਿਲਾਂ ਉਸ ਦੀਨ ਦੁਨੀਆ ਦੇ ਮਾਲਕ ਦੀ ਝਲਕ ਹੀ ਤੇਰੇ ਤੇ ਪੈਣੀ, ਨਜ਼ਰ ਹੀ ਉਸ ਤੇਰੇ ਤੇ ਪੈਣੀ ਹੈ। ਕਹਿਣ ਲੱਗੇ, ਅੱਜ ਦਾ ਦਿਨ ਹੀ ਜੋ ਮੰਗਣਾ ਮੰਗਲਾ। ਜਦੋਂ ਉਸ ਅੱਲਾ ਖੁਦਾ ਪਰਮਾਤਮਾ ਦੇ ਨੂਰ ਦੇ ਦਰਸ਼ਨ ਹੋਏ, ਸੱਚ ਜਾਣੀ ਤੇਰੀ ਭੁੱਖਾਂ ਹੀ ਵਿੜ ਜਾਣੀ। ਇਹ ਬਚਨ ਕਹਿ ਕੇ ਦੌਲਤਾਂ ਦਾਈ ਸਤਿਕਾਰਯੋਗ ਮਾਤ ਤ੍ਰਿਪਤਾ ਜੀ ਦੀ ਸੇਵਾ ਵਿੱਚ ਲੱਗ ਗਏ ਨੇ। ਜਿੰਨੇ ਵੀ ਸਿੱਖ ਵਿਦਵਾਨਾਂ ਨੇ ਇਤਿਹਾਸ ਲਿਖਿਆ ਹੈ, ਪ੍ਰਿੰਸੀਪਲ ਸਤਬੀਰ ਸਿੰਘ ਜੀ, ਪ੍ਰਿੰਸੀਪਲ ਗੰਗਾ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ, ਪ੍ਰੋਫੈਸਰ ਪੂਰਨ ਸਿੰਘ ਜੀ, ਕਵੀ ਸੰਤੋਖ ਸਿੰਘ ਜੀ, ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਸਾਰਿਆਂ ਨੇ ਇਸ ਇਤਿਹਾਸ ਨੂੰ ਲਿਖਦਿਆਂ ਬਚਨ ਕਹਿਣ ਲੱਗੇ, ਅੱਧੀ ਰਾਤ ਦਾ ਸਮਾਂ ਟੱਪਿਆ, ਜਿਸ ਵੇਲੇ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਹੋਈ ਹੈ। ਅੱਜ ਮਹਿਤਾ ਕਾਲੂ ਰਾਮ ਜੀ ਦੇ ਘਰ ਦੇ ਵਿੱਚ ਸਨ 1469 ਈਸਵੀ ਨੂੰ ਕੱਤਕ ਦੀ ਪੂਰਨਮਾਸ਼ੀ ਦੀ ਰਾਤ ਅੰਮ੍ਰਿਤ ਵੇਲਾ ਹੋਇਆ ਹੈ। ਅੱਜ ਮੇਰਾ ਦੀਨ ਦੁਨੀਆ ਦਾ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਮਾਤ ਤ੍ਰਿਪਤਾ ਜੀ ਦੀ ਕੁੱਖ ਦੇ ਵਿੱਚੋਂ ਉਹਨਾਂ ਨੇ ਰਾਏ ਭੋਜ ਦੀ ਤਲਵੰਡੀ ਨੂੰ ਆ ਕੇ ਸਰਸ਼ਾਰ ਕਰ ਦਿੱਤਾ। ਉਹਨਾਂ ਨੇ ਭਾਗ ਲਾ ਦਿੱਤੇ ਨੇ। ਗੁਰਮਖੋ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਇਆ, ਦੌਲਤਾ ਦਾਈ ਨੇ ਉਹਨੇ ਆਪਣੇ ਹੱਥਾਂ ਦੇ ਨਾਲ ਮਹਾਰਾਜ ਜੀ ਦੇ ਤਨ ਨੂੰ ਛੂਹਿਆ ਤੇ ਕਹਿਣ ਲੱਗੇ, ਜਿਸ ਵੇਲੇ ਮਹਾਰਾਜ ਜੀ ਦੀ ਸੰਭਾਲ ਕਰਕੇ, ਬੱਚੇ ਨੂੰ ਸੰਭਾਲ ਕਰਕੇ ਬਾਹਰ ਆਈ ਹੈ ਦੌਲਤਾ ਦਾਈ, ਉਸ ਵੇਲੇ ਪਟਵਾਰੀ ਸਾਹਿਬ ਨੂੰ ਖਬਰ ਦਿੱਤੀ। ਕਹਿਣ ਲੱਗੇ, ਪਟਵਾਰੀ ਸਾਹਿਬ ਤੁਹਾਨੂੰ ਲੱਖ ਲੱਖ ਵਧਾਈਆਂ। ਪੁੱਛਿਆ ਜੀ ਕਿਉਂ?
ਕਹਿਣ ਲੱਗੇ ਤੁਹਾਡੇ ਘਰ ਦੇ ਵਿੱਚ ਅੱਲਾ ਖੁਦਾ ਨੇ ਸਪੁੱਤਰ ਦੀ ਦਾਤ ਬਖਸ਼ਿਸ਼ ਕੀਤੀ। ਸਿੱਖ ਵਿਦਵਾਨ ਲਿਖਦੇ ਨੇ ਉਸ ਵੇਲੇ ਮਹਿਤਾ ਕਾਲੂ ਰਾਮ ਜੀ ਨੇ ਆਪਣੇ ਹੱਥ ਵਿੱਚ ਥਾਲ ਫੜਿਆ, ਵਿੱਚ ਸੋਨੇ ਦੀਆਂ ਮੋਹਰਾਂ ਰੱਖ ਦਿੱਤੀਆਂ ਨੇ। ਕਹਿਣ ਲੱਗੇ ਦੌਲਤਾਂ, ਅੱਜ ਸ਼ਾਮ ਦੇ ਸਮੇਂ ਤੂੰ ਬੇਨਤੀ ਕੀਤੀ ਸੀ, ਇੱਕ ਬਿਸਤਰਾ ਨਹੀਂ, 4 ਮਣ ਦਾਣੇ ਨਹੀਂ, ਕੱਪੜੇ ਨਹੀਂ, ਆ ਮੋਹਰਾਂ ਦਾ ਥਾਲ ਤੂੰ ਮੇਰੇ ਕੋਲ ਲੈ, ਸੱਚ ਜਾਣੀ ਤੇਰੀਆਂ ਸਾਰੀਆਂ ਕੁਲਾਂ ਦਾ ਪਾਰ ਉਤਾਰਾ ਆ ਜਾਏਗਾ, ਗੁਜ਼ਾਰਾ ਹੁੰਦਾ ਰਹੇਗਾ। ਉਸ ਦੌਲਤਾਂ ਦਾਈ ਨੇ ਹੱਥ ਦੇ ਨਾਲ ਥਾਲ ਪਰਾਂ ਕਰ ਦਿੱਤਾ। ਕਹਿਣ ਲੱਗੇ ਪਟਵਾਰੀ ਸਾਹਿਬ, ਮੈਨੂੰ ਬਹੁਤ ਕੁਝ ਮਿਲ ਗਿਆ। ਉਹ ਕਹਿਣ ਲੱਗੇ ਵੀ ਮਿਲਿਆ ਕਿੱਥੋਂ ਤੈਨੂੰ? ਮੈਂ ਤੇ ਆਪ ਹੁਣ ਤੈਨੂੰ ਇਹ ਮੋਹਰਾਂ ਦਾ ਥਾਲ ਦੇ ਰਿਹਾ ਹੈ, ਮੇਰੇ ਤੋਂ ਬਿਨਾਂ ਕਿੰਨੇ ਦੇ ਦਿੱਤਾ ਹੈ? ਤੇ ਉਸ ਦੌਲਤਾਂ ਦਾਈ ਨੇ ਕਹਿ ਦਿੱਤਾ ਸੀ, ਪਟਵਾਰੀ ਸਾਹਿਬ, ਅੱਗੇ ਤੇ ਮੈਂ ਨਾਮ ਦੀ ਦੌਲਤਾਂ ਸਾਂ, ਪਰ ਅੱਜ ਤੇਰੇ ਘਰ ਦੇ ਵਿੱਚ ਜਿਹੜਾ ਸੁਪੁੱਤਰ ਆਇਆ ਹੈ, ਪਤਾ ਨਹੀਂ ਕਿੰਨੀਆਂ ਕੁ ਬਖਸ਼ਾਂ ਲੈ ਕੇ ਆਇਆ ਹੈ, ਉਹਦੀ ਨਜ਼ਰ ਪਈ ਏ। ਸੱਚ ਜਾਣੀ ਅੱਗੇ ਨਾਮ ਦੀ ਦੌਲਤਾਂ ਸਾਂ, ਹੁਣ ਮੈਂ ਅੰਦਰ ਦੀ ਦੌਲਤ ਵਾਲੀ ਬਣ ਗਈ, ਹੁਣ ਮੈਨੂੰ ਤੇਰੇ 4 ਮੋਹਰਾਂ ਦੀ ਲੋੜ ਨਹੀਂ। ਸੱਚ ਦੇ ਗੁਰਮਖੋ, ਪਹਿਲੀ ਨਜ਼ਰ ਉਸ ਮੁਸਲਮਾਨ ਇਸਤਰੀ ਦੌਲਤਾਂ ਦਾਈ ਤੇ ਪਈ, ਉਹ ਧਨਵਾਨ ਬਣ ਗਈ। ਸਿੱਖਾ, ਐਸੇ ਗੁਰੂ ਦੀ ਨਜ਼ਰ ਜੇ ਤੇਰੇ ਤੇ ਪੈ ਜਾਏ, ਸੱਚ ਜਾਣੀ ਤੂੰ ਵੀ ਧਨਵਾਨ ਬਣ ਜਾਏਗਾ, ਤੇਰੇ ਤੇ ਵੀ ਬਖਸ਼ਾਂ ਰਹਿਮਤਾਂ ਵਾਪਰ ਜਾਣਗੀਆਂ। ਗੁਰਮਖੋ, ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਇਆ ਹੈ, ਹੁਣੇ ਸਤਿਕਾਰਯੋਗ ਬੱਚਿਆਂ ਨੇ ਭਾਈ ਗੁਰਦਾਸ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਬੋਲ ਸਰਵਣ ਕਰਵਾਏ ਸਨ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਕਲ ਤਾਰਨ ਗੁਰੂ ਨਾਨਕ ਆਏ। ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਸੰਸਾਰ ਦੇ ਲੋਕਾਂ ਦੀ ਪੁਕਾਰ ਨੂੰ ਸੁਣ ਕੇ ਇਸ ਦੀਨ ਦੁਨੀਆ ਦੇ ਮਾਲਕ ਬਣ ਕੇ ਰਾਏ ਭੋਈ ਦੀ ਤਲਵੰਡੀ ਤੇ ਉਹਨਾਂ ਨੇ ਅੱਜ ਉਹਨਾਂ ਦਾ ਪ੍ਰਕਾਸ਼ ਹੋਇਆ ਹੈ। ਉਹ ਕੇਵਲ ਆਪਣੇ ਵਾਸਤੇ ਨਹੀਂ, ਰਾਏ ਭੋਈ ਦੀ ਤਲਵੰਡੀ ਵਾਸਤੇ ਨਹੀਂ, ਸਾਰੇ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਮਹਾਰਾਜ ਜੀ ਪਹੁੰਚ ਗਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਸੁਣਨ ਵਾਲੇ ਤੁਸੀਂ ਗੁਰਸਿੱਖ ਬੈਠੇ ਹੋ। ਗੁਰਮੁਖੋ, ਜਿਸ ਗੁਰੂ ਦਾ ਅੱਜ ਅਸੀਂ ਆਗਮਨ ਪੁਰਬ ਮਨਾ ਰਹੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਭ ਤੋਂ ਪਹਿਲਾਂ ਪਰਮਾਤਮਾ ਦੀ ਵਡਿਆਈ ਪੜ੍ਹਨ ਨੂੰ ਮਿਲੇਗੀ। ਦੂਸਰੇ ਨੰਬਰ ਤੇ ਕੁਝ ਇੱਕ ਤੇ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਉਹ ਗੁਰੂ ਦੀ ਵਡਿਆਈ ਕੀਤੀ ਗਈ। ਇੰਨੀ ਗੁਰੂ ਦੀ ਵਡਿਆਈ ਕਿਉਂ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਭਲਿਆ ਪਹਿਲਾ ਸਵਾਲ ਹੈ, ਗੁਰੂ ਦੀ ਲੋੜ ਕਿਉਂ ਪੈ ਗਈ ਤੈਨੂੰ? ਕਿਉਂਕਿ ਅੱਜ ਵੇਖੋ ਅਸੀਂ ਗੁਰੂ ਤੋਂ ਦੂਰ ਹੁੰਨੇ ਪਏ। ਅਸੀਂ ਕਹਿੰਦੇ ਹਾਂ ਗੁਰੂ ਦੀ ਲੋੜ ਨਹੀਂ, ਅਸੀਂ ਬੜੇ ਪੜ੍ਹ ਲਿਖ ਗਏ ਹਾਂ, ਬਹੁਤ ਸਿਆਣੇ ਹੋ ਗਏ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਠੀਕ ਹੈ ਸਜਣਾ, ਬਹੁਤ ਉੱਚ ਕੋਟੀ ਦੀ ਵਿਦਿਆ ਹਾਸਲ ਕਰ ਲਈ, ਪਰ ਉਹ ਦੁਨੀਆ ਦਾ ਗਿਆਨ ਤੇਰੇ ਕੋਲ ਹੈ, ਰੱਬ ਦੇ ਘਰ ਦਾ ਗਿਆਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਿਨਾਂ ਕਿਤੇ ਨਹੀਂ ਮਿਲਣਾ। ਗੁਰੂ ਦੀ ਲੋੜ ਕਿਉਂ ਹੈ? ਗੁਰੂ ਸਾਡੇ ਵਾਸਤੇ ਕਰਦਾ ਕੀ ਹੈ? ਜਿਸ ਵੇਲੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਤੇ ਸ਼ੁਰੂਆਤ ਮਹਾਰਾਜ ਜੀ ਨੇ ਮੂਲ ਮੰਤਰ ਤੋਂ ਕੀਤੀ। ਉਸ ਮੂਲ ਮੰਤਰ ਦੇ ਵਿੱਚ ਪਰਮਾਤਮਾ ਦੇ ਗੁਣਾਂ ਦਾ ਬਿਆਨ ਕੀਤਾ ਹੈ, ਤੇ ਨਾਲ ਹੀ ਮਹਾਰਾਜ ਜੀ ਨੇ ਮੂਲ ਮੰਤਰ ਦੀ ਸਮਾਪਤੀ ਵੇਲੇ ਮੋਹਰ ਲਾ ਦਿੱਤੀ, ਸਜਣਾ ਜੀ ਇੱਕ ਪਰਮਾਤਮਾ ਵਿੱਚ ਅਭੇਦ ਹੋਣਾ ਹੈ, ਜੇ ਇੱਕ ਪਰਮਾਤਮਾ ਦੀ ਕਿਰਪਾ ਲੈਣੀ ਆ ਤੇ ਸੱਚ ਜਾਣੀ ਪਹਿਲਾਂ ਗੁਰ ਪ੍ਰਸਾਦ ਲੈਣਾ ਪਏ। ਉਹ ਮੈਂ ਬਚਨ ਪੜ੍ਹਦੇ ਹਾਂ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਅਗਲਾ ਸ਼ਬਦ ਕਦੀ ਨਾ ਭੁੱਲਿਆ ਜੇ, ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਤੋਂ ਬਿਨਾਂ ਇੱਕ ਪਰਮਾਤਮਾ ਦੀ ਕਿਰਪਾ ਨਹੀਂ ਜੇ ਮਿਲਣੀ। ਜੇ ਪਰਮਾਤਮਾ ਵਿੱਚ ਅਭੇਦ ਹੋਣਾ ਹੈ, ਬਖਸ਼ਾਂ ਲੈਣੀਆਂ ਹੈ, ਤੇ ਪਹਿਲਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਝੁਕਣਾ ਪਏਗਾ। ਵੇਖੋ ਗੁਰਮੁਖੋ, ਗੁਰੂ ਨਾਨਕ ਦੇਵ ਮਹਾਰਾਜ ਜੀ ਕੱਲ ਤਾਰਨ ਗੁਰੂ ਨਾਨਕ ਆਏ ਨੇ, ਤੇ ਜਿਸ ਵੇਲੇ ਅਸੀਂ ਸ਼ਲੋਕ ਪੜ੍ਹਦੇ ਨਾ, ਆਸਾ ਕੀ ਵਾਰ ਤੁਸੀਂ ਸਰਵਣ ਕਰਦੇ ਰੋਜ਼ ਹਰੇਕ ਗੁਰਦੁਆਰਿਆਂ ਦੇ ਵਿੱਚ, ਤੇ ਪਹਿਲਾ ਸ਼ਲੋਕ ਹੀ ਗੁਰੂ ਦੀ ਵਡਿਆਈ ਵਿੱਚ ਮਹਾਰਾਜ ਜੀ ਨੇ ਉਚਾਰਨ ਕਰ ਦਿੱਤਾ ਜੀ। ਮਹਾਰਾਜ ਜੀ ਕਹਿੰਦੇ ਨੇ, ਜੇ 100 ਚੰਦਾ ਉਗਵੇ ਗੁਰੂ ਅੰਗਦ ਦੇਵ ਮਹਾਰਾਜ, ਉਸ ਤੋਂ ਪਹਿਲਾ ਸ਼ਲੋਕ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਭਲਿਆ ਮੈਂ ਗੁਰੂ ਤੋਂ ਇੱਕ ਦਿਨ ਦੇ ਵਿੱਚ 100 ਵਾਰੀ ਬਲਿਹਾਰ ਜਾਣਾ,
ਤੂੰ ਵੀ ਆਪਣੇ ਗੁਰੂ ਤੋਂ ਦੂਰ ਨਾ ਭੱਜੀ, ਤੂੰ ਵੀ ਆਪਣੇ ਗੁਰੂ ਤੋਂ ਸਦਕੇ ਜਾਈਂ। ਤੇ ਪੁੱਛਿਆ ਮਹਾਰਾਜ ਜੀ ਕਿਉਂ ਸਦਕੇ ਜਾਵਾਂ? ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਗੁਰੂ ਕੋਲ ਇੰਨੀ ਪਾਵਰ ਹੈ, ਗੁਰੂ ਕੋਲ ਇੰਨੀ ਤਾਕਤ ਹੈ, ਗੁਰੂ ਮਨੁੱਖਾਂ ਨੂੰ ਦੇਵਤੇ ਬਣਾਉਣ ਵਾਲਾ ਹੈ। ਤੇ ਸਾਡੇ ਸਿੱਖ ਵਿਦਵਾਨ ਲਿਖਦੇ ਨੇ ਬਾਬਾ ਨਾਨਕ ਜੀ ਅਸੀਂ ਤੁਹਾਡੀ ਕਿਵੇਂ ਵਡਿਆਈ ਕਰੀਏ? ਗੁਰੂ ਕੱਲਾ ਮਨੁੱਖਾਂ ਨੂੰ ਦੇਵਤੇ ਬਣਾਉਣ ਵਾਲਾ ਨਹੀਂ, ਜਿਹਦੇ ਤੇ ਗੁਰੂ ਦੀ ਨਜ਼ਰ ਪੈ ਜਾਏ ਨਾ ਉਹ ਰਾਕਸ਼ ਵੀ ਦੇਵਤਾ ਬਣ ਜਾਂਦਾ। ਜਿਹੜਾ ਉਹਨਾਂ ਨੇ ਸ਼ਬਦ ਸਰਵਣ ਕਰਵਾਇਆ ਹੈ ਨਾ, ਮੈਂ ਨਾਲ ਨਾਲ ਉਸ ਸ਼ਬਦ ਨੂੰ ਲੈ ਕੇ ਤੁਰਨਾ। ਕੱਲ ਤਾਰਨ ਗੁਰੂ ਨਾਨਕ ਕਹਿਆ, ਕਿੰਨਾ ਕਿੰਨਾ ਮਨੁੱਖਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਰ ਦਿੱਤਾ ਹੈ। ਭਾਈ ਗੁਰਦਾਸ ਸਾਹਿਬ ਜ਼ਿਕਰ ਕਰਦੇ ਨੇ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਉਹ ਕਹਿੰਦੇ ਨੇ ਆਕਾਸ਼ ਵਿੱਚ ਕਿੰਨੇ ਕੁ ਤਾਰੇ ਨੇ, ਹੋ ਸਕਦਾ ਵਿਗਿਆਨ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤਾਰਿਆਂ ਦੀ ਗਿਣਤੀ ਕਰਕੇ ਦੱਸ ਸਕੇ ਵੀ ਕਿੰਨੇ ਕੁ ਲੱਖਾਂ ਅਰਬਾਂ ਤਾਰੇ ਨੇ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜੇ ਕੱਲ ਤਾਰਨ ਗੁਰੂ ਨਾਨਕ ਆਏ ਨੇ, ਰਹਿੰਦੀ ਦੁਨੀਆ ਤੱਕ ਕੋਈ ਮਾਈ ਦਾ ਲਾਲ ਗਿਣ ਕੇ ਨਹੀਂ ਜੇ ਦੱਸ ਸਕਦਾ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿੰਨਿਆਂ ਕੁ ਨੂੰ ਤਾਰ ਦਿੱਤਾ। ਮਹਾਰਾਜ ਜੀ ਦਾ ਪਹਿਲਾ ਸ਼ਲੋਕ ਹੈ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰਮੁਖੋ ਸੱਜਣ ਠੱਗ ਦਾ ਬੇੜਾ ਪਾਰ ਕਰ ਦਿੱਤਾ ਹੈ, ਦੁਨੀ ਚੰਦ ਦਾ ਬੇੜਾ ਪਾਰ ਕਰ ਦਿੱਤਾ ਹੈ, ਇੱਕ ਕੌਡੇ ਰਾਕਸ਼ ਦਾ ਬੇੜਾ ਪਾਰ ਕਰ ਦਿੱਤਾ ਹੈ, ਵਲੀ ਕੰਧਾਰੀ ਦਾ ਬੇੜਾ ਪਾਰ ਕਰ ਦਿੱਤਾ ਹੈ। ਜਿਹਨੂੰ ਘਰਦਿਆਂ ਨੇ ਮੰਜਾ ਚੁੱਕ ਕੇ ਉਹ ਬਾਹਰ ਖੇਤਾਂ ਵਿੱਚ ਸੁੱਟ ਦਿੱਤਾ ਸੀ, ਦਪਾਲਪੁਰ ਦਾ ਕੋੜੀ, ਜਿਹਨੂੰ ਆਪਣੇ ਵੀ ਉਸ ਵੇਲੇ ਸੰਭਾਲਣ ਵਾਸਤੇ ਤਿਆਰ ਨਹੀਂ ਸਨ, ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦੇ ਕੋਲ ਜਾ ਕੇ ਉਹਦਾ ਵੀ ਬੇੜਾ ਪਾਰ ਕਰ ਦਿੱਤਾ। ਨਹੀਂ ਅਸੀਂ ਕਹਿ ਸਕਦੇ। ਇੱਕ ਸੱਜਣ ਨੇ ਸਵਾਲ ਕੀਤਾ ਸੀ ਵੀ ਗੁਰੂ ਨਾਨਕ ਦੇਵ ਮਹਾਰਾਜ 1469 ਈਸਵੀ ਦੇ ਵਿੱਚ ਰਾਏ ਭੋਏ ਦੀ ਤਲਵੰਡੀ ਵਿੱਚ ਆਏ ਨੇ, 1539 ਦਾ ਸਮਾਂ ਆਇਆ, ਉਹ ਸੰਸਾਰ ਦੇ ਵਿੱਚੋਂ ਪ੍ਰਭੂ ਪਿਆਨਾ ਕਰ ਗਏ। 70 ਕੁ ਸਾਲ ਦੀ ਉਮਰ ਹੈ, 70 ਸਾਲ ਵਿੱਚ ਕਿੰਨਿਆਂ ਕੁ ਨੂੰ ਉਤਾਰ ਗਏ ਹੋਣਗੇ? ਤੇ ਸਿੱਖ ਵਿਦਵਾਨ ਨੇ ਉੱਤਰ ਬਹੁਤ ਸੋਹਣਾ ਦਿੱਤਾ ਸੀ, ਕਹਿਣ ਲੱਗੇ ਸਜਣਾ ਉਹ 70 ਸਾਲ ਤਨ ਕਰਕੇ ਵਿਚਰੇ ਨੇ। ਸੱਚ ਜਾਣੀ ਜਿਹੜੀ ਜਪਜੀ ਸਾਹਿਬ ਦੀ ਬਾਣੀ ਸਾਨੂੰ ਦੇ ਗਏ ਨੇ ਨਾ, ਸਨ 1469 ਤੋਂ ਲੈ ਕੇ ਰਹਿੰਦੀ ਦੁਨੀਆ ਤੱਕ ਜਿਹੜਾ ਜਪਜੀ ਸਾਹਿਬ ਦੀ ਬਾਣੀ ਪੜ੍ਹਦਾ ਰਹੇਗਾ ਉਹਦਾ ਹੀ ਬੇੜਾ ਪਾਰ ਹੁੰਦਾ ਰਹੇਗਾ। ਕਿ ਅੱਜ ਸਿੱਖ ਦਾ ਬੇੜਾ ਪਾਰ ਨਹੀਂ ਹੁੰਦਾ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ? ਕਿ ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਤੇ ਬਖਸ਼ਿਸ਼ ਨਹੀਂ ਕਰਦੇ? ਨਹੀਂ, ਜਿਹੜਾ ਸਿੱਖ ਆਪਣੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਪੜ੍ਹ ਕੇ ਕਰਦਾ ਹੈ ਨਾ, ਸੱਚ ਜਾਣੀ ਉਹਦੇ ਕੱਲੇ ਦਾ ਨਹੀਂ, ਉਹਦੀਆਂ ਕੁਲਾਂ ਦਾ ਵੀ ਪਾਰ ਉਤਾਰਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਨ ਵਾਲੇ ਨੇ। ਮੈਂ ਇੱਕ ਬੇਨਤੀ ਹੋਰ ਕਰਦਿਆਂ, ਕਿਉਂਕਿ ਜਦੋਂ ਆਪਾਂ ਕਥਾ ਵਿਚਾਰ ਸੁਣਦੇ ਆ ਨਾ, ਕਿਤੇ ਥੋੜੀ ਜਿਹੀ ਕੋ ਸਾਖੀ ਸਾਨੂੰ ਸੁਣਨ ਨੂੰ ਮਿਲ ਜਾਏ, ਕਿਉਂਕਿ ਅੱਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਤੇ ਬਖਸ਼ਿਸ਼ਾਂ ਕਰਨ ਵਾਸਤੇ ਰਾਏ ਭੋਏ ਦੀ ਤਲਵੰਡੀ ਵਿੱਚ ਆਏ ਨੇ, ਸਾਰੇ ਸਿੱਖ ਜਗਤ ਦਾ ਪਾਰ ਉਤਾਰਾ ਕਰਨ ਵਾਸਤੇ ਆਏ ਨੇ। ਸਾਡੀ ਸ਼ਰਧਾ ਹੋਵੇ ਰਾਏ ਬੁਲਾਰ ਵਰਗੀ ਤੇ ਬੇਬੇ ਨਾਨਕੀ ਵਰਗੀ, ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 5 ਸਾਲ ਵੱਡੇ ਭੈਣ ਜੀ ਸਨ। ਇੱਕ ਵਾਰੀ ਆਣ ਕੇ ਕਹਿ ਦਿੱਤਾ ਸਾਰੇ ਪਿੰਡ ਨੇ, ਕਹਿਣ ਲੱਗੇ ਬੇਬੇ ਨਾਨਕੀ ਜੀ ਤੁਹਾਡਾ ਭਰਾਤਾ ਡੁੱਬ ਗਿਆ ਹੈ। ਵੇਖੋ ਸ਼ਰਧਾ ਇਹੋ ਜਿਹੀ ਹੋਵੇ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਆਉਣਾ। ਵੇਈ ਨਦੀ ਦੇ ਵਿੱਚ ਡੁੱਬ ਗਏ ਨੇ, 3 ਦਿਨ ਹੋ ਗਏ ਨੇ, ਹੁਣ ਨਹੀਂ ਉਹਨਾਂ ਨੇ ਬਾਹਰ ਆਉਣਾ। ਸਾਰਿਆਂ ਦੇ ਉਸ ਵੇਲੇ ਚਿਹਰੇ ਮੁਰਝਾਏ ਨੇ, ਪਰ ਇੱਕੋ ਭਾਵਨਾ ਵਾਲੀ ਸ਼ਰਧਾ ਵਾਲੀ ਬੇਬੇ ਨਾਨਕੀ ਜੀ ਹੱਸੀ ਜਾ ਰਹੇ, ਮੁਸਕਰਾਈ ਜਾ ਰਹੇ ਨੇ। ਪੁੱਛਿਆ ਬੇਬੇ ਜੀ ਤੇਰਾ ਭਰਾ ਡੁੱਬ ਗਿਆ, ਤੂੰ ਮੁਸਕਰਾ ਰਹੀ ਹੈ? ਤੇ ਬੜੇ ਸੋਹਣੇ ਬਚਨ ਕਹੇ ਸੀ, ਕਹਿਣ ਲੱਗੇ ਭਲਿਓ ਜਿਹੜਾ ਡੁੱਬੇ ਹੋਇਆ ਨੂੰ ਤਾਰਨ ਵਾਸਤੇ ਆਇਆ, ਕਦੀ ਆਪ ਨੇ ਜੇ ਡੁੱਬ ਸਕਦਾ। ਸ਼ਰਧਾ ਹੋਵੇ ਤੇ ਬੇਬੇ ਨਾਨਕੀ ਵਰਗੀ, ਸ਼ਰਧਾ ਹੋਵੇ ਤੇ ਰਾਏ ਬੁਲਾਰ ਵਰਗੀ, ਜਿਹੜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕ ਕੇ ਕਹਿੰਦਾ ਸੀ, ਕਹਿਣ ਲੱਗੇ ਪਟਵਾਰੀ ਇਸ ਬੱਚੇ ਤੇ ਹੱਥ ਨਾ ਚੁੱਕੀ, ਤੈਨੂੰ ਪਤਾ ਹੋਣਾ ਚਾਹੀਦਾ ਮੇਰੀ ਨਗਰੀ ਨੂੰ ਵਸਾਉਣ ਵਾਲਾ ਬਾਬਾ ਨਾਨਕ ਹੈ। ਸ਼ਰਧਾ ਹੋਵੇ ਤੇ ਇਹੋ ਜਿਹੀ ਚਿੱਟਾ ਜੜਾ ਬਜ਼ੁਰਗ ਰਾਏ ਬੁਲਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਡਿੱਗਦਾ ਪਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਾਖੀ ਪੜ੍ਹਨ ਨੂੰ ਮਿਲੀ। ਉਹ ਕਹਿੰਦੇ ਨੇ ਵੀ ਇੱਕ ਵਾਰੀ ਪਾਕਿਸਤਾਨ ਦੀ ਧਰਤੀ ਤੇ ਮੁਸਲਮਾਨ ਵੀਰ, ਉਹਨਾਂ ਦੇ ਘਰ ਵਿੱਚ ਔਲਾਦ ਨਹੀਂ ਸੀ। ਕਹਿਣ ਲੱਗੇ ਬੜੇ ਉਹਨਾਂ ਨੇ ਯਤਨ ਕੀਤੇ, ਕੋਈ ਮੜੀਆਂ ਨਹੀਂ ਛੱਡੀਆਂ, ਕੋਈ ਪੀਰ ਨਹੀਂ ਛੱਡਿਆ, ਜਿੱਥੇ ਜਾ ਕੇ ਉਹ ਮੁਸਲਮਾਨ ਵੀਰ ਝੁਕਿਆ ਨਹੀਂ ਜੇ। ਕਹਿਣ ਲੱਗੇ 18 ਸਾਲ ਲਗਾਤਾਰ ਸਮਾਂ ਬਤੀਤ ਹੋ ਗਿਆ,
ਕਿਤੇ ਅੱਲਾਹ ਖੁਦਾ ਨੇ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਪੁੱਤਰ ਦੀ ਨਾ ਧੀ ਦੀ ਔਲਾਦ ਦੀ ਬਖਸ਼ਿਸ਼ ਨਹੀਂ ਕੀਤੀ। ਉਹਨਾਂ ਦੇ ਇੱਕ ਬਜ਼ੁਰਗ ਦਾਦਾ ਸੀ, ਉਹ ਵੀ ਮੁਸਲਮਾਨ ਸੀ। ਉਹਨੇ ਇੱਕ ਦਿਨ ਆਪਣੇ ਪੋਤਰੇ ਨੂੰ ਪੁੱਛ ਲਿਆ, ਕਹਿਣ ਲੱਗੇ ਵੀ ਅੱਜ ਕੱਲ੍ਹ ਕੀ ਕਰ ਰਹੇ? ਉਹਨੂੰ ਪਤਾ ਸੀ ਵੀ ਔਲਾਦ ਵਾਸਤੇ ਮੇਰਾ ਪੋਤਰਾ ਦਰ ਦਰ ਤੇ ਭਟਕਦਾ ਫਿਰਦਾ, 18 ਸਾਲ ਹੋ ਗਏ ਨੇ, ਹਲੇ ਤੱਕ ਅੱਲਾਹ ਖੁਦਾ ਦੀ ਬਖਸ਼ਿਸ਼ ਨਹੀਂ ਹੋਈ। ਉਹ ਕਹਿਣ ਲੱਗੇ ਵੀ ਕਰਨਾ ਕੀ ਹੈ, ਬੈਠਾ। ਤੇ ਅਗਲਾ ਸਵਾਲ ਉਹਨੇ ਕਰ ਦਿੱਤਾ ਵੀ ਬੇਟਾ, ਪੁੱਤਰ ਵਾਸਤੇ ਦਰ ਦਰ ਤੇ ਭਟਕਦਾ ਸਾਂ, ਕਿਤੇ ਬਖਸ਼ਿਸ਼ ਹੋਈ ਹੈ ਕਿ ਨਹੀਂ, ਕੁਝ ਔਲਾਦ ਹੋਇਆ ਹੈ ਕਿ ਨਹੀਂ? ਉਹਨੇ ਕਹਿ ਦਿੱਤਾ ਸੀ, ਹੁਣ ਤੇ ਮੈਂ ਆਸ ਹੀ ਛੱਡ ਦਿੱਤੀ, ਕਿਸੇ ਪੀਰ ਤੇ ਵੀ ਜਾਣਾ ਛੱਡ ਦਿੱਤਾ ਹੈ, ਡਾਕਟਰ ਵੈਦਾਂ ਕੋਲ ਵੀ ਜਾਣਾ ਛੱਡ ਦਿੱਤਾ ਹੈ, ਹੁਣ ਤੇ ਬਸ ਅੱਲਾਹ ਖੁਦਾ ਹੀ ਹੈ ਜੇ ਬਖਸ਼ਿਸ਼ ਕਰਦੇ, ਮੈਂ ਕਿਤੇ ਨਹੀਂ ਜਾਣਾ ਪੁੱਤਰ ਦੀ ਔਲਾਦ ਵਾਸਤੇ। ਉਸ ਵੇਲੇ ਉਸ ਬਜ਼ੁਰਗ ਮੁਸਲਮਾਨ ਨੇ ਬਚਨ ਕਹਿ ਦਿੱਤੇ ਸੀ, ਬੇਟਾ ਇੱਕ ਜਗ੍ਹਾ ਤੂੰ ਨਹੀਂ ਗਿਆ। ਉਹ ਕਹਿਣ ਲੱਗੇ, ਦਾਦਾ ਜੀ ਮੈਂ ਹੁਣ ਜਾਣਾ ਵੀ ਨਹੀਂ। ਕਹਿਣ ਲੱਗੇ, ਮੇਰਾ ਕਹਿਣਾ ਮੰਨ ਕੇ ਨਾ ਇੱਕ ਜਗ੍ਹਾ ਤੇ ਇੱਕ ਵਾਰੀ ਨੱਕ ਰਗੜ ਕੇ ਜ਼ਰੂਰ ਵੇਖ ਲਾ। ਪੁੱਛਿਆ ਜੀ ਕਿਹੜੀ ਜਗ੍ਹਾ ਹੈ? ਕਹਿਣ ਲੱਗੇ ਪੰਜਾ ਸਾਹਿਬ। ਹੁਣ ਵੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚਰਨ ਛੋਹ ਅਸਥਾਨ ਹੈ। ਕਹਿਣ ਲੱਗੇ, ਬੇਟਾ ਇੱਕ ਵਾਰੀ ਉੱਥੇ ਜਾ ਕੇ ਵੇਖ ਲੈ। ਕਹਿਣ ਲੱਗੇ, ਦਾਦਾ ਜੀ ਚਿੱਤ ਤੇ ਨਹੀਂ ਕਰਦਾ, ਕਿਉਂਕਿ 18 ਸਾਲ ਹੋ ਗਏ ਨੇ ਧੱਕੇ ਖਾਂਦਿਆਂ ਨੂੰ, ਕਿਤੇ ਬਖਸ਼ਿਸ਼ ਨਹੀਂ ਹੋਣੀ, ਹੁਣ ਤੇ ਮਨ ਹੀ ਜਿਹੜਾ ਮੁਨਕਰ ਹੋ ਗਿਆ। ਕਹਿਣ ਲੱਗੇ, ਨਹੀਂ ਬੇਟਾ ਇੱਕ ਵਾਰੀ ਮੇਰਾ ਕਹਿਣਾ ਮੰਨ ਕੇ ਜਾ। ਉਹ ਦੋਨੇ ਜੀ ਨਾ ਪੰਜਾ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਸਥਾਨ ਤੇ ਗੁਰਮੁਖੋ ਜਾ ਕੇ ਝੁਕੇ ਨੇ, ਅਰਦਾਸ ਬੇਨਤੀ ਕੀਤੀ, ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ, ਸਾਰੇ ਸੰਸਾਰ ਨੂੰ ਦਾਤਾਂ ਵੰਡਣ ਵਾਲੇ, 18 ਸਾਲ ਹੋ ਗਏ ਨੇ ਧੱਕੇ ਖਾਂਦਿਆਂ ਨੂੰ, ਕਿਤੇ ਬਖਸ਼ਿਸ਼ ਨਹੀਂ ਹੋਈ, ਅਖੀਰ ਹਾਰ ਕੇ ਥੱਕ ਕੇ ਤੁਹਾਡੇ ਦਰ ਤੇ ਆਇਆ, ਇੱਕ ਪੁੱਤਰ ਦੀ ਦਾਤ ਝੋਲੀ ਵਿੱਚ ਪਾ ਦੇ। ਗੁਰਮੁਖੋ ਪਤਾ ਨਹੀਂ ਉਸ ਜੋੜੇ ਨੇ ਕਿੰਨਾ ਕੁ ਭਿੱਜ ਕੇ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਤਰਲਾ ਲਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਹਿਮਤ ਹੋਈ। ਕਹਿਣ ਲੱਗੇ, ਕੁਝ ਸਮੇਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਛਾ ਗਿਆ, ਕੁੱਖ ਹਰੀ ਹੋ ਗਈ। ਤੇ ਜਦੋਂ ਕੁੱਖ ਹਰੀ ਹੋਈ ਨਾ, ਸਾਰੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਕਹਿਣਾ ਸ਼ੁਰੂ ਕਰ ਦਿੱਤਾ, ਮੈਂ ਕਿਹਾ ਸੀ ਨਾ ਵੀ ਫਲਾਣੀ ਜਗ੍ਹਾ ਤੇ ਜਾ, ਮੈਂ ਕਿਹਾ ਸੀ ਨਾ ਵੀ ਫਲਾਣੀ ਮੜੀਆਂ ਤੇ ਮੱਥਾ ਟੇਕ, ਮੈਂ ਕਿਹਾ ਸੀ ਨਾ ਵੀ ਫਲਾਣੇ ਪੀਰ ਕੋਲ ਜਾ, ਉੱਥੇ ਬਖਸ਼ਿਸ਼ ਹੋਈ ਏ। ਉਹ ਨੌਜਵਾਨ ਸੱਜਣ ਸੁਣੀ ਗਿਆ, ਪਰ ਕਹਿਣਾ ਕਿਸੇ ਦਾ ਮੰਨਿਆ ਨਹੀਂ, ਤੇ ਨਾ ਉਹਨੇ ਕਿਸੇ ਨੂੰ ਜਵਾਬ ਦਿੱਤਾ। ਉਹ ਸੁਣ ਕੇ ਹੈਰਾਨ ਹੋ ਗਿਆ ਵੀ 18 ਸਾਲ ਹੋ ਗਏ ਨੇ, ਕਿਤੇ ਬਖਸ਼ਿਸ਼ ਨਹੀਂ ਹੋਈ। ਅੱਜ ਕਈਆਂ ਦੇ ਦਾਅਵੇਦਾਰ ਆ ਗਏ ਨੇ। ਆਪਣੇ ਘਰ ਵਾਲੀ ਨੂੰ ਨਾਲ ਲਿਆ, ਫਿਰ ਪੰਜਾ ਸਾਹਿਬ ਚਲਾ ਗਿਆ। ਹੱਥ ਜੋੜ ਕੇ ਅੱਜ ਦੂਸਰੇ ਵਾਰੀ ਅਰਦਾਸ ਕੀਤੀ, ਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਮੈਨੂੰ ਵਿਸ਼ਵਾਸ ਹੈ, ਪਰ ਇਹ ਸਾਡੇ ਰਿਸ਼ਤੇਦਾਰ ਤੇ ਸੱਜਣ ਮਿੱਤਰ ਕਹਿੰਦੇ ਨੇ ਵੀ ਪਤਾ ਨਹੀਂ ਕਿੱਥੋਂ ਬਖਸ਼ਿਸ਼ ਹੋਈ। ਬਾਬਾ ਨਾਨਕ ਜੀ, ਜੇ ਤੁਹਾਡੀ ਕਿਰਪਾ ਹੀ ਵਾਪਰੀਏ ਤੇ ਘੱਟੋ ਘੱਟ ਮੇਰੇ ਘਰ ਦੇ ਵਿੱਚ ਔਲਾਦ ਪੈਦਾ ਹੋਣੀ ਤੇ ਨਿਸ਼ਾਨੀ ਜ਼ਰੂਰ ਬਖਸ਼ ਦਿਓ, ਤਾਂ ਕਿ ਮੈਂ ਲੋਕਾਂ ਨੂੰ ਕਹਿ ਸਕਾਂ, ਭਲਿਓ ਜੇ ਬਖਸ਼ਿਸ਼ ਕਰਨ ਵਾਲਾ ਹੈ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ। ਜਿਸ ਵੇਲੇ ਉਹਨਾਂ ਦੋਨਾਂ ਜੀਆਂ ਨੇ ਭਿੱਜ ਕੇ ਅਰਦਾਸ ਕੀਤੀ ਵੀ ਨਿਸ਼ਾਨੀ ਜ਼ਰੂਰ ਦਿਓ, ਪਤਾ ਲੱਗ ਜੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼। ਗੁਰਮੁਖੋ ਅੱਜ ਉਹ ਸਮਾਂ ਆਇਆ ਹੈ, ਉਹਨਾਂ ਦੇ ਘਰ ਦੇ ਵਿੱਚ ਵੀ ਪੁੱਤਰ ਪੈਦਾ ਹੋਇਆ। ਜਿਸ ਵੇਲੇ ਪੁੱਤਰ ਪੈਦਾ ਹੋਇਆ ਹੈ ਨਾ, ਤੇ ਨਿਸ਼ਾਨੀ ਕੀ ਸੀ ਉਹ ਪਤਾ ਕਿਹਨਾਂ ਨੇ ਵੇਖੀ? ਪਟਿਆਲਾ ਸ਼ਹਿਰ ਦੇ ਗੁਰਮੁਖ ਪਿਆਰੇ ਰਾਗੀ ਸਿੰਘ ਸੀ, ਭਾਈ ਪਿਆਰਾ ਸਿੰਘ ਜੀ। ਜਦੋਂ ਪਾਕਿਸਤਾਨ ਗਏ ਨੇ ਨਾ, ਕਹਿਣ ਲੱਗੇ ਉਹਨਾਂ ਨੇ ਉਸ ਜਾ ਕੇ ਮੁਸਲਮਾਨ ਦੇ ਘਰ ਦੇ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਉਹ ਬੁਲਾ ਕੇ ਲੈ ਕੇ ਉਹਨਾਂ ਰਾਗੀ ਸਿੰਘਾਂ, ਭਾਈ ਪਿਆਰਾ ਸਿੰਘ ਪਟਿਆਲੇ ਦੇ ਰਾਗੀ। ਜਿਸ ਵੇਲੇ ਉਹ ਮੁਸਲਮਾਨ ਆਪਣੇ ਘਰ ਦੇ ਵਿੱਚ ਲੈ ਕੇ ਗਿਆ ਨਾ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ, ਵੇਖੋ ਉਹਦੀ ਭਾਵਨਾ, ਸੇਵਾ ਕਿੰਨੀ ਕੀਤੀ। ਪਹਿਲਾਂ ਸਿੰਘਾਂ ਦੇ ਹੱਥ ਧੁਆਏ, ਫਿਰ ਉਹਨਾਂ ਦੇ ਪੈਰ ਧੁਆਏ। ਜਿਹੜਾ ਪੈਰ ਧੁਆ ਕੇ ਜਲ ਸੀ ਨਾ, ਪਾਣੀ ਸੀ, ਉਹਨੂੰ ਡੋਲਿਆ ਨਹੀਂ, ਦੋਨਾਂ ਜੀਆਂ ਨੇ ਆਪ ਛਕਿਆ। ਉਹ ਰਾਗੀ ਸਿੰਘ ਇੰਨੇ ਹੈਰਾਨ ਹੋਏ ਵੀ ਮੁਸਲਮਾਨ ਵੀਰ ਇੰਨੀ ਸ਼ਰਧਾ ਸਿੱਖਾਂ ਤੇ, ਇੰਨੀ ਸ਼ਰਧਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ। ਉਹਨਾਂ ਨੇ ਸਵਾਲ ਕੀਤਾ, ਕਹਿਣ ਲੱਗੇ, ਹੈ ਤੂੰ ਮੁਸਲਮਾਨ, ਇੰਨਾ ਪਿਆਰ ਗੁਰੂ ਘਰ ਨੂੰ? ਉਹਨੇ ਉਸ ਵੇਲੇ ਫਿਰ ਆਪਣੇ ਜੀਵਨ ਦੀ ਹੱਡ ਬੀਤੀ ਸੁਣਾਈ। ਕਹਿਣ ਲੱਗੇ ਵੀ 18 ਸਾਲ ਬਾਅਦ ਪੰਜਾ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਰਹਿਮਤਾਂ ਵਾਪਰੀਆਂ। ਅਰਦਾਸ ਕੀਤੀ, ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ। ਤੇ ਕਹਿਣ ਲੱਗੇ ਵੀ ਕੋਈ ਨਿਸ਼ਾਨੀ? ਕਹਿਣ ਲੱਗੇ, ਮੇਰੇ ਪੁੱਤਰ ਦੀ ਪਿੱਠ ਤੇ ਪੰਜੇ ਦਾ ਨਿਸ਼ਾਨ। ਉਹ ਕਹਿਣ ਲੱਗੇ, ਸਾਨੂੰ ਵਿਖਾ ਸਕਦਾ? ਗੁਰਮੁਖ ਪਿਆਰੇ ਰਾਗੀ ਸਿੰਘ ਕਹਿਣ ਲੱਗੇ, ਬਿਲਕੁਲ ਵਿਖਾ ਸਕਦਾ। ਉਹ ਪੁੱਤਰ ਨੌਜਵਾਨ ਨੂੰ ਕੋਲ ਬੁਲਾਇਆ, ਉਹਦੀ ਕਮੀਜ਼ ਉਤਾਰੀ, ਪਿੱਛੇ ਪਿੱਠ ਤੇ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੰਜੇ ਦਾ ਨਿਸ਼ਾਨ।
ਇਹ ਰਾਗੀ ਸਿੰਘ ਆਪ ਵੇਖ ਕੇ ਆਏ ਨੇ। ਕਹਿਣ ਲੱਗੇ ਉਦੋਂ ਦੀ ਇੰਨੀ ਸ਼ਰਧਾ ਬਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਤੇ, ਉਸ ਤੋਂ ਬਾਅਦ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਦਰ ਛੱਡ ਕੇ ਅੱਜ ਤੱਕ ਕਿਤੇ ਨਹੀਂ ਜੇ ਗਿਆ, ਤੇ ਜਿੰਨੀ ਦੇਰ ਤੱਕ ਜੀਣਾ ਹੈ ਨਾ ਐਸਾ ਦਰ ਛੱਡ ਕੇ ਜਾਵਾਂਗਾ। ਮੈਂ ਇਸ ਕਰਕੇ ਬੇਨਤੀ ਸਾਂਝੀ ਕੀਤੀ ਜੇ, ਕਿਉਂਕਿ ਅੱਜ ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ। ਸਾਡੇ ਮਨ ਦੀਆਂ ਭਟਕਣਾ ਹੀ ਨਹੀਂ ਖਤਮ ਹੁੰਦੀਆਂ। ਕਦੀ ਕਿਤੇ ਦਰ ਤੇ ਜਾਂਦੇ ਆ, ਕਦੀ ਕਿਤੇ ਦਰ ਤੇ ਜਾ ਕੇ ਭਟਕਦੇ ਹਾਂ। ਸਿੱਖ ਵਿਦਵਾਨ ਕਹਿੰਦੇ ਨੇ, ਸਜਣਾ ਜਿਹਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚੋਂ ਪੂਰੀ ਨਹੀਂ ਨਾ ਪਈ, ਸੱਚ ਜਾਣਿਆ ਦੀ ਕਿਤੇ ਪੂਰੀ ਨਹੀਂ ਜੇ ਪਈ। ਐਸੇ ਗੁਰੂ ਨੂੰ ਛੱਡ ਕੇ ਕਿਤੇ ਨਾ ਜਾ, ਐਸੇ ਗੁਰੂ ਦਾ ਪੱਲਾ ਫੜ ਲਾ ਜਿਹੜਾ ਗੁਰੂ ਕੱਲ ਤਾਰਨ ਗੁਰੂ ਨਾਨਕ ਆਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਡਿਆਈ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਕਹਿੰਦੇ ਨੇ ਦੁਨੀਆ ਦੇ ਲੋਕ, ਮੈਨੂੰ ਸੰਸਾਰ ਦੇ ਵਿੱਚ ਗੁਰੂ ਨਾਨਕ ਨਾਲੋਂ ਵੱਡਾ ਕੋਈ ਨਜ਼ਰ ਨਹੀਂ ਆਉਂਦਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਭਲਿਆ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਗੁਰੂ ਨਾਨਕ ਦੇ ਦਰਸ਼ਨ ਕਰ ਲਏ ਨੇ, ਜਿਨ੍ਹਾਂ ਨੇ ਆਪਣੇ ਕੰਨਾਂ ਦੇ ਨਾਲ ਗੁਰੂ ਨਾਨਕ ਦਾ ਜਸ ਸਰਵਣ ਕਰ ਲਿਆ, ਸੱਚ ਜਾਣੇ ਜੇ 84 ਦੇ ਗੇੜ ਵਿੱਚ ਕਦੀ ਨਹੀਂ ਆਏਗਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਗੁਰੂ ਦੇ ਚਰਨਾਂ ਵਿੱਚ ਝੁਕਦੇ ਨੇ ਨਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਉਹ 84 ਦੇ ਗੇੜ ਵਿੱਚ ਨਹੀਂ ਪੈਂਦੇ। ਜਿਸ ਗੁਰੂ ਦਾ ਅੱਜ ਆਗਮਨ ਹੋਇਆ ਹੈ ਨਾ, ਜਿਸ ਗੁਰੂ ਦੀਆਂ ਖੁਸ਼ੀਆਂ ਮਾਣਨ ਵਾਸਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ, ਉਸ ਗੁਰੂ ਦੀ ਵਡਿਆਈ ਮਹਾਰਾਜ ਜੀ ਕਰਦੇ। ਕਹਿੰਦੇ ਨੇ, ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ। ਆਪਣੇ ਮਨ ਦੀਆਂ ਭਾਵਨਾਵਾਂ ਨੂੰ, ਕਾਮਨਾਵਾਂ ਨੂੰ ਲੈ ਕੇ ਆਉਣੇ ਆ ਨਾ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸਭ ਦਾਤਾਂ ਮਿਲਣਗੀਆਂ। ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀਐ, ਸਤਿਗੁਰੂ ਹੋਏ ਦਇਆਲ ਨਾ ਕਬਹੂ ਝੂਰੀਐ, ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਸਤਿਗੁਰੂ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰੂ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਅਗਲੀ ਪੰਕਤੀ ਸਿੱਖਿਆ ਕਦੀ ਨਾ ਭੁੱਲੀ। ਜਿਨ੍ਹਾਂ ਦਾਤਾਂ ਵਾਸਤੇ ਭੱਜਦਾ ਫਿਰਦਾ ਹੈ ਨਾ, ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸਭ ਦਾਤਾਂ ਨੇ। ਸਤਿਗੁਰੂ ਹੋਏ ਦਇਆਲ ਤਾਂ ਨਵ ਨਿਧ ਪਾਈਐ, ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈਏ। ਜਿਸ ਗੁਰੂ ਦਾ ਅੱਜ ਪੁਰਬ ਮਨਾ ਰਿਹਾ ਨਾ, ਉਸ ਗੁਰੂ ਦੀ ਵਡਿਆਈ ਜ਼ਰੂਰ ਕਰ ਲਈਏ, ਰਸਨਾ ਸੁੱਚੀ ਜ਼ਰੂਰ ਕਰ ਲਈਏ। ਤੇ ਆਖੇ ਜੀ, ਸਤਿਗੁਰ ਕੈ ਬਲਿਹਾਰੇ, ਆਪਣੇ ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੇ, ਆਪਣੇ ਸਤਿਗੁਰ ਕੈ ਬਲਿਹਾਰੇ, ਸਤਿਗੁਰ ਆਗਾ ਸੁਖ ਪਾਸ਼ੇ ਸੁਖ ਸਹਿਜਾ, ਆਗਾ ਸੁਖ ਪਾਸ਼ੇ ਸੁਖ ਸਹਿਜਾ, ਆਗਾ ਸੁਖ ਪਾਸ਼ੇ ਸੁਖ ਸਹਿਜਾ, ਆਗਾ ਸੁਖ ਪਾਸ਼ੇ ਸੁਖ ਸਹਿਜਾ। ਘਰ ਆਨੰਦ ਹਮਾਰੇ, ਆਪਣੇ ਸਤਿਗੁਰ ਕੈ ਬਲਿਹਾਰੇ, ਸਤਿਗੁਰ ਕੈ ਬਲਿਹਾਰੇ, ਆਪਣੇ ਸਤਿਗੁਰ ਕੈ ਬਲਿਹਾਰੇ, ਸਤਿਗੁਰ ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ। ਗੁਰੂ ਦੀ ਉਸਤਤ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।